ਨਾਵਲ ਯਾਮਾਂ ਦਾ ਚੱਕਲਾ ਦੇ ਪਹਿਲੇ ਭਾਗ ਦੇ ਦੂਜੇ ਅੰਗ ਦਾ ਬਾਕੀ ਦਾ ਹਿੱਸਾ। ਇਹਨਾਂ ਦੋਵਾਂ ਦੇ ਇਲਾਵਾ ਘਰ ਗ੍ਰਹਿਸਥੀ ਵੇਖਣ ਵਾਲੀਆਂ ਦੋ ਇਸਤਰੀਆਂ ਹਨ, ਜਿਨ੍ਹਾਂ 'ਚ ਇੱਕ ਵੱਡੀ ਹੈ, ਦੂਸਰੀ ਛੋਟੀ। ਵੱਡੀ ਦਾ ਨਾਂ ਏਮਾ ਐਦੂਆਦਰੋਵਨਾ। ਉਹ ਕੱਦ ਦੀ ਲੰਬੀ 46 ਵਰ੍ਹਿਆਂ ਦੀ ਉਮਰ ਦੀ ਪੂਰੀ ਔਰਤ ਹੈ, ਜਿਹਦੇ ਵਾਲ ਭੂਰੇ ਹੈ। ਮੋਟਾਪੇ ਕਾਰਨ ਉਹਦੀਆਂ 3 ਠੋਡੀਆਂ, ਉਹਦੀਆਂ ਅੱਖਾਂ ਦੁਆਲੇ ਕਾਲੇ ਕਾਲੇ ਦਾਇਰੇ ਬਣ ਗਏ ਹੈ, ਜੋ ਉਹਦੀ ਪੁਰਾਣੀ ਬਿਮਾਰੀ ਦੇ ਸੂਚਕ ਹੈ। ਉਹਦਾ ਚਿਹਰਾ ਮੱਥੇ ਤੋਂ ਹੇਠਾਂ ਵੱਲ ਨਾਸ਼ਪਤੀ ਵਾਂਗ ਚੌੜਾ ਹੈ ਅਤੇ ਉਹਦਾ ਰੰਗ ਮਟਿਆਲਾ, ਅੱਖਾਂ ਛੋਟੀਆਂ ਅਤੇ ਕਾਲੀਆਂ, ਨੱਕ ਗੁੱਦੇਦਾਰ ਅਤੇ ਬੁੱਲ੍ਹ ਸਖਤੀ ਨਾਲ ਭੀਚੇ ਹੋਏ ਹੈ, ਜਿਸ ਨਾਲ ਉਹਦੇ ਚਿਹਰੇ 'ਤੇ ਹੁਕਮਰਾਨੀ ਆ ਗਈ ਹੈ। ਇਸ ਘਰ 'ਚ ਇਹ ਗੱਲ ਕਿਸੇ ਤੋਂ ਛਿਪੀ ਹੋਈ ਨਹੀਂ ਕਿ 1-2 ਵਰ੍ਹਿਆਂ 'ਚ ਅੰਨਾ ਆਪਣਾ ਇਹ ਧੰਦਾ ਛੱਡ ਦੇਵੇਗੀ। ਆਪਣੀ ਇਹ ਹਵੇਲੀ ਏਮਾ ਨੂੰ ਕੁਝ ਨਗਦ ਅਤੇ ਕੁਝ ਉਧਾਰ ਪੈਸਿਆਂ 'ਚ ਵੇਚ ਦੇਵੇਗੀ। ਇਸ ਲਈ ਇਸ ਘਰ ਦੀਆਂ ਕੁੜੀਆਂ ਏਮਾ ਦੀ ਵੀ ਓਨੀ ਇੱਜ਼ਤ ਕਰਦੀਆਂ ਜਿੰਨੀ ਕਿ ਮਾਲਕਣ ਦੀ, ਅਤੇ ਉਸ ਤੋਂ ਕੁਝ ਡਰਦੀਆਂ ਵੀ ਹੈ। ਜਿਹੜਾ ਵੀ ਇਸ ਘਰ 'ਚ ਕੋਈ ਗਲਤੀ ਕਰਦਾ ਹੈ, ਏਮਾ ਉਹਨੂੰ ਠੋਕਦੀ ਹੈ, ਬੇਰਹਿਮੀ ਨਾਲ, ਠੰਡੇ ਦਿਲ ਨਾਲ, ਆਪਣੇ ਹੱਥਾਂ ਨਾਲ, ਬਗੈਰ ਚਿਹਰੇ 'ਤੇ ਕੋਈ ਸ਼ਿਕਨ ਲਿਆਉਂਦਿਆਂ ਠੋਕ ਦਿੰਦੀ ਹੈ। ਕੁੜੀਆਂ 'ਚੋਂ ਇੱਕ ਨਾਲੋਂ ਹਮੇਸ਼ਾ ਖਾਸ ਤੌਰ 'ਤੇ ਸਨੇਹ ਕਰਦੀ ਹੈ, ਜਿਸ ਨੂੰ ਆਪਣੇ ਕਠੋਰ ਸਨੇਹ ਅਤੇ ਈਰਖਾ ਨਾਲ ਬਹੁਤ ਸਤਾਉਂਦੀ ਹੈ। ਉਹਦਾ ਇਹ ਸਨੇਹ ਉਹਦੀ ਕੁੱਟ ਤੋਂ ਜ਼ਿਆਦਾ ਕਠੋਰ ਹੁੰਦਾ ਹੈ। ਘਰ ਗ੍ਰਹਿਸਥੀ ਦੇਖਣ ਦੂਸਰੀ ਔਰਤ ਦਾ ਨਾਂ ਜੋਸੀਆ ਹੈ। ਉਹ ਕੁਝ ਦਿਨ ਪਹਿਲਾਂ ਤੱਕ ਇਸ ਘਰ ਦੀ ਕੁੜੀ ਸੀ, ਇਸ ਲਈ ਇਸ ਘਰ ਦੀਆਂ ਕੁੜੀਆਂ ਹਾਲੇ ਤੱਕ ਉਹਨੂੰ ਖੁਸ਼ਾਮਦ ਅਤੇ ਦੋਸਤੀ ਨਾਲ ਭਾਵਵਾਚਕ ਸ਼ਬਦ ਛੋਟੀ ਚਾਚੀ ਦੇ ਨਾਂ ਨਾਲ ਬੁਲਾਉਂਦੀਆਂ। ਉਹ ਪਤਲੀ, ਹਸਮੁਖ, ਅੱਖਾਂ ਤੋਂ ਕੁਝ ਭੈਂਗੀ ਗੁਲਾਬੀ ਰੰਗ ਦੀ ਹੈ। ਉਹਦੇ ਵਾਲ ਘੁੰਗਰਾਲੇ ਹੈ। ਉਹਨੂੰ ਐਕਟਰ ਜ਼ਿਆਦਾ ਪਸੰਦ ਹੈ, ਖਾਸ ਕਰ ਤਕੜੇ ਮਜ਼ਾਕੀਆ ਐਕਟਰ। ਏਮਾ ਐਦੂਆਦਰੋਵਨਾ ਪ੍ਰਤੀ ਉਹ ਨਾ ਸ਼ੁਕਰਗੁਜ਼ਾਰੀ ਦਾ ਨਜ਼ਰੀਆ ਰੱਖਦੀ ਹੈ। 5ਵਾਂ ਸ਼ਖਸ ਜੋ ਇਹਨਾਂ ਨਾਲ ਬੈਠਾ ਕੌਫੀ ਪੀ ਰਿਹਾ, ਇਸ ਜ਼ਿਲ੍ਹੇ ਦਾ ਇੰਸਪੈਕਟਰ ਬਰਕੇਸ਼ ਹੈ। ਉਹ ਖਿਡਾਰੀ ਹੈ, ਜਿਹਦਾ ਸਿਰ ਕੁਝ ਗੰਜਾ, ਸਾਫ਼ ਨੀਲੀਆਂ ਊਂਘ ਦੀਆਂ ਅੱਖਾਂ, ਪੱਖੇ ਵਾਂਗ ਫੈਲੀ ਹੋਈ ਲਾਲ ਦਾੜ੍ਹੀ, ਪਤਲੀ ਜਿਹੀ ਅਤੇ ਕੁਝ ਭਰੜਾਈ ਹੋਈ ਆਵਾਜ਼ ਹੈ। ਇਹ ਗੱਲ ਸਾਰਿਆਂ ਨੂੰ ਪਤਾ ਹੈ ਕਿ ਪਹਿਲਾਂ ਉਹ ਸਰਕਾਰੀ ਖੁਫੀਆ ਮਹਿਕਮੇ 'ਚ ਕੰਮ ਕਰਦਾ ਸੀ। ਉਹਦੇ ਨਾਂ ਤੋਂ ਜਰਾਇਮ ਪੇਸ਼ਾ ਲੋਕ ਕੰਬਦੇ ਸੀ, ਕਿਉਂਕਿ ਉਹ ਸਰੀਰਕ ਪੱਖੋਂ ਬਹੁਤ ਮਜ਼ਬੂਤ ਅਤੇ ਪ੍ਰਸ਼ਨ ਪੁੱਛਣ ਵੇਲੇ ਬਹੁਤ ਬੇਰਹਿਮ ਸੀ। ਉਹਦੇ ਸਿਰ 'ਤੇ ਕਈ ਪਾਪਾਂ ਦਾ ਬੋਝ ਹੈ। ਸਾਰਾ ਸ਼ਹਿਰ ਜਾਣਦਾ ਹੈ 2 ਵਰ੍ਹੇ ਪਹਿਲਾਂ ਉਹਨੇ ਇੱਕ 70 ਵਰ੍ਹਿਆਂ ਦੀ ਅਮੀਰ ਬੁੱਢੀ ਨਾਲ ਸ਼ਾਦੀ ਕੀਤੀ ਸੀ ਅਤੇ ਪਿਛਲੇ ਸਾਲ ਉਹਨੂੰ ਗਲ ਘੁੱਟ ਕੇ ਮਾਰਤਾ ਸੀ, ਪਰ ਇਸ ਮਾਮਲੇ ਨੂੰ ਉਹਨੇ ਕਿਸੇ ਨਾ ਕਿਸੇ ਤਰ੍ਹਾਂ ਦਬਾ ਦਿੱਤਾ ਸੀ। ਦੂਸਰੇ 4 ਨੇ ਵੀ, ਜੋ ਇਸ ਸਮੇਂ ਬਰਕੇਸ਼ ਨਾਲ ਬੈਠੇ ਕੌਫੀ ਪੀ ਰਹੇ ਹੈ, ਇਸ ਤਰ੍ਹਾਂ ਦੇ ਥੋੜ੍ਹੇ ਬਹੁਤ ਪਾਪ ਆਪਣੀਆਂ ਰੰਗੀਨ ਜ਼ਿੰਦਗੀਆਂ 'ਚ ਕੀਤੇ ਸੀ। ਫਿਰ ਇਹਨਾਂ ਛੋਟੇ-ਮੋਟੇ ਪਾਪਾਂ ਵੱਲ ਧਿਆਨ ਦੇਣ 'ਤੇ ਉਹਨਾਂ ਦੇ ਦਿਲ 'ਤੇ ਕੋਈ ਸੱਟ ਨਹੀਂ ਸੀ ਵੱਜਦੀ, ਕਿਉਂਕਿ ਉਹਨਾਂ ਨੂੰ ਆਪਣੇ ਪੇਸ਼ੇ ਦੇ ਜ਼ਰੂਰੀ ਬੁਰੇ ਕੰਮ ਮੰਨਦੇ ਸੀ। ਇਹ ਲੋਕ ਮਾਲਕਣ ਦੇ ਕਮਰੇ 'ਚ ਵਧੀਆ ਮੋਟੀ ਮਲਾਈ ਰਲੀ ਕੌਫੀ ਪੀ ਰਹੇ ਸੀ। ਇੰਸਪੈਕਟਰ ਦੂਜਿਆਂ ਦਾ ਧੰਨਵਾਦ ਕਰਦਿਆਂ ਕੌਫੀ ਪੀ ਰਿਹਾ ਸੀ। ਸੱਚ ਤਾਂ ਇਹ ਹੈ, ਇੰਸਪੈਕਟਰ ਅਸਲ 'ਚ ਕੌਫੀ ਪੀ ਨਹੀਂ ਰਿਹਾ ਸੀ, ਬਲਕਿ ਆਪਣੇ ਵਿਹਾਰ ਨਾਲ ਉਹਨਾਂ ਨੂੰ ਇਉਂ ਜ਼ਾਹਰ ਕਰ ਰਿਹਾ ਸੀ ਕਿ ਉਹ ਤਾਂ ਉਹਨਾਂ ਨੂੰ ਖੁਸ਼ ਕਰਨ ਅਤੇ ਆਭਾਰ ਪ੍ਰਗਟ ਕਰਨ ਲਈ ਹੀ ਉਹਨਾਂ ਨਾਲ ਕੌਫੀ ਪੀਣ ਬਹਿ ਗਿਆ ਸੀ। ਅੱਛਾ, ਤਾਂ ਹੁਣ ਕੀ ਕਰਨਾ ਚਾਹੀਦਾ ਇੰਸਪੈਕਟਰ ਸਾਹਿਬ? ਹੁਣ ਇਸ ਧੰਦੇ 'ਚ ਮਿਲਦਾ ਮੁਲਦਾ ਤਾਂ ਕੁਛ ਨਹੀਂ, ਤੁਹਾਡਾ ਜੋ ਹੁਕਮ ਹੋਵੇ। ਬਰਕੇਸ਼ ਨੇ ਅੱਧਾ ਗਲਾਸ ਸ਼ਰਾਬ ਨੂੰ ਮੂੰਹ 'ਚ ਭਰ ਕੇ ਤੇਜ਼ ਘੁੱਟ ਨੂੰ ਤਾਲੂਏ ਤੱਕ ਲਿਜਾ ਹੌਲੀ ਹਲਕ 'ਚ ਉਤਾਰ ਲਿਆ ਅਤੇ ਮਗਰੋਂ ਇੱਕ ਪਿਆਲਾ ਕੌਫੀ ਦਾ ਚੜ੍ਹਾ ਕੇ ਖੱਬੇ ਹੱਥ ਦੀ ਵਿਚਕਾਰਲੀ ਉਂਗਲ ਨਾਲ, ਜਿਸ 'ਚ ਇੱਕ ਜੜੀ ਹੋਈ ਅੰਗੂਠੀ ਪਾਈ ਸੀ, ਆਪਣੀਆਂ ਮੁੱਛਾਂ ਨੂੰ ਖੱਬੇ ਸੱਜੇ ਤਾ ਦੇਣ ਲੱਗ ਪਿਆ। ਤੁਸੀਂਓ ਸੋਚੋ ਕੁਛ, ਸ੍ਰੀਮਤੀ ਅੰਨਾ, ਉਹਨੇ ਮੇਜ਼ ਦੇ ਥੱਲੇ ਵੇਖਦਿਆਂ ਹੱਥ ਫੈਲਾ ਕੇ ਅੱਖਾਂ ਘੁਮਾਉਂਦਿਆਂ ਆਖਿਆ। ਸੋਚੋ ਤਾਂ ਮੈਂ ਕਿੰਨੇ ਖਤਰੇ 'ਚ ਹਾਂ। ਉਸ ਕੁੜੀ ਨੂੰ ਧੋਖੇ ਨਾਲ ਚੱਕਲੇ 'ਚ ਲਿਆਂਦਾ ਗਿਆ। ਉਹਦੇ ਮਾਪੇ ਪੁਲਿਸ ਰਾਹੀਂ ਉਹਨੂੰ ਲੱਭ ਰਹੇ ਹੈ। ਜਗ੍ਹਾ ਰਹਿਣ ਬਾਅਦ ਉਹਦਾ ਪਤਾ ਇੱਥੋਂ ਦਾ ਮਿਲਦਾ ਹੈ, ਤੁਹਾਡੇ ਘਰ 'ਚ, ਜੋ ਕਿ ਮੇਰੇ ਹਲਕੇ 'ਚ ਹੈ। ਦੇਖੋ ਤਾਂ ਸਹੀ, ਮੈਂ ਕਿਹੜੀ ਮੁਸੀਬਤ 'ਚ ਫਸਿਆ ਹੋਇਆ। ਮੈਂ ਕੀ ਕਰਾਂ? ਪਰ ਇੰਸਪੈਕਟਰ ਸਾਹਿਬ, ਉਹ ਬਾਲਗ ਹੈ, ਮਾਲਕਣ ਬੋਲੀ। ਹਾਂ, ਇੱਥੋਂ ਦੀਆਂ ਸਾਰੀਆਂ ਕੁੜੀਆਂ ਹੀ ਬਾਲਗ ਹਨ, ਇਸ ਸਾਏ ਨੇ ਜ਼ੋਰ ਦਿੰਦਿਆਂ ਕਿਹਾ। ਉਹਨਾਂ ਸਾਰੀਆਂ ਨੇ ਲਿਖ ਕੇ ਦਿੱਤਾ ਹੋਇਆ ਕਿ ਉਹ ਆਪਣੀ ਮਰਜ਼ੀ ਨਾਲ ਇਹ ਕੰਮ ਕਰਦੀਆਂ। ਏਮਾ ਮੋਟੀ ਆਵਾਜ਼ 'ਚ ਵਿਸ਼ਵਾਸ ਦਿਵਾਉਂਦਿਆਂ ਬੋਲੀ। ਈਸ਼ਵਰ ਦੀ ਸਹੁੰ, ਅਸੀਂ ਲੋਕ ਇਹਨੂੰ ਇੱਥੇ ਆਪਣੀ ਕੁੜੀ ਵਾਂਗ ਰੱਖਦੇ ਹਾਂ। ਪਰ ਮੈਂ ਤਾਂ ਹੋਰ ਹੀ ਗੱਲ ਕਰ ਰਿਹਾ, ਇਸ ਸਭ ਦਾ ਉਸ ਨਾਲ ਕੀ ਲੈਣਾ ਦੇਣਾ? ਇੰਸਪੈਕਟਰ ਨੇ ਚਿੜਦੇ ਹੋਏ ਕਿਹਾ। ਮੇਰੀ ਸਥਿਤੀ 'ਤੇ ਵਿਚਾਰ ਕਰੋ। ਮੈਂ ਕੀ ਕਰਾਂ? ਮੇਰਾ ਫਰਜ਼ ਹੈ, ਮੈਂ ਆਪਣਾ ਫਰਜ਼ ਪੂਰਾ ਕੀਤੇ ਬਗੈਰ ਕਿਵੇਂ ਰਹਿ ਸਕਦਾ? ਮਾਲਕਣ ਜਲਦੀ ਨਾਲ ਉੱਠੀ ਅਤੇ ਆਪਣੇ ਸਲੀਪਰ ਪਹਿਨ ਕੇ ਬੂਹੇ ਵੱਲ ਲਪਕਦੀ ਹੋਈ ਇੰਸਪੈਕਟਰ ਨੂੰ ਅੱਖ ਮਾਰਦਿਆਂ ਬੋਲੀ। ਇੰਸਪੈਕਟਰ ਸਾਹਿਬ,
ਜ਼ਰਾ ਇਸ ਕਮਰੇ ਨੂੰ ਤਾਂ ਦੇਖੋ, ਅਸੀਂ ਚੱਕਲੇ ਨੂੰ ਥੋੜ੍ਹਾ ਹੋਰ ਵਧਾ ਰਹੇ ਹਾਂ। ਹਾਂ, ਅੱਛਾ ਅੱਛਾ। 10 ਮਿੰਟ ਬਾਅਦ ਦੋਵੇਂ ਉਸ ਕਮਰੇ 'ਚੋਂ ਇੱਕ ਦੂਸਰੇ ਵੱਲ ਨਾ ਵੇਖਦਿਆਂ ਪਰਤ ਆਏ। ਇੰਸਪੈਕਟਰ ਦਾ ਹੱਥ ਜੇਬ 'ਚ ਤੁੰਨਿਆ ਹੋਇਆ ਸੀ। 100 ਰੂਬਲ ਦੇ ਨਵੇਂ ਨੋਟ ਨੂੰ ਤੈਅ ਕਰ ਰਿਹਾ ਸੀ। ਫਿਰ ਉਸ ਨਸਾਈ ਕੁੜੀ ਦਾ ਕੋਈ ਜ਼ਿਕਰ ਨਹੀਂ ਹੋਇਆ। ਇੰਸਪੈਕਟਰ ਆਪਣੀ ਬਚੀ ਸ਼ਰਾਬ ਖ਼ਤਮ ਕਰਦਿਆਂ ਅੱਜ ਕੱਲ੍ਹ ਦੇ ਮੁੰਡਿਆਂ ਦੇ ਰੁੱਖੇ ਵਰਤਾਅ ਦਾ ਜ਼ਿਕਰ ਕਰਨ ਲੱਗ ਪਿਆ। ਮੇਰਾ ਮੁੰਡਾ ਸਕੂਲ 'ਚ ਪੜ੍ਹਦਾ ਹੈ। ਬਦਮਾਸ਼ ਆ ਕੇ ਮੈਨੂੰ ਕਿਹਾ ਕਰਦਾ ਹੈ, ਪਿਤਾ ਜੀ ਮੁੰਡੇ ਮੈਨੂੰ ਸਕੂਲ 'ਚ ਚੜਾਉਂਦੇ ਆ ਕਿ ਤੇਰਾ ਬਾਪ ਪੁਲਿਸ 'ਚ ਹੈ ਅਤੇ ਕੱਟੜੇ 'ਚ ਕੰਮ ਕਰਦਾ ਹੈ, ਜਿੱਥੇ ਉਹ ਕੋਠਿਆਂ ਤੋਂ ਰਿਸ਼ਵਤਾਂ ਲੈਂਦਾ ਹੈ। ਦੇਖੋ ਤਾਂ ਸਹੀ ਕਿੰਨੀਆਂ ਗੁਸਤਾਖੀ ਭਰੀਆਂ ਨੇ ਇਹ ਗੱਲਾਂ। ਸ਼੍ਰੀਮਤੀ ਅੰਨਾ, ਭਲਾ ਸਾਡੇ ਕੋਲੋਂ ਤੁਹਾਨੂੰ ਕੀ ਰਿਸ਼ਵਤ ਮਿਲ ਸਕਦੀ ਹੈ? ਮੈਂ ਉਸ ਨੂੰ ਕਹਿੰਦਾ ਕਿ ਜਾ ਕੇ ਮਾਸਟਰ ਨੂੰ ਆਖ ਦੇਵੇ ਕਿ ਜੇ ਮੈਂ ਮੁੜ ਇਹੋ ਜਿਹੀ ਸ਼ਿਕਾਇਤ ਸੁਣੀ ਤਾਂ ਸਰਕਾਰ ਕੋਲ ਉਹਨਾਂ ਸਭ ਦੀ ਰਿਪੋਰਟ ਕਰ ਦਿਆਂਗਾ। ਇਸ 'ਤੇ ਉਹ ਆ ਕੇ ਮੈਨੂੰ ਕਹਿੰਦਾ ਕਿ ਮੈਂ ਤੁਹਾਡਾ ਲੜਕਾ ਹੀ ਨਹੀਂ ਹਾਂ। ਜਾਓ, ਤੁਸੀਂ ਜਾ ਕੇ ਆਪਣੇ ਲਈ ਕੋਈ ਹੋਰ ਲੜਕਾ ਲੱਭ ਲਓ। ਸੁਣਦੇ ਹੋ ਕਿਹੋ ਜਿਹੀਆਂ ਗੁਸਤਾਖ ਗੱਲਾਂ ਨੇ ਇਹ। ਮੈਂ ਵੀ ਉਹਨੂੰ ਇਸ 'ਤੇ ਇੰਨਾ ਠੋਕਿਆ ਕਿ ਮਹੀਨਾ ਯਾਦ ਰਹੂ। ਹੁਣ ਉਹ ਮੇਰੇ ਨਾਲ ਬੋਲਣਾ ਵੀ ਪਸੰਦ ਨਹੀਂ ਕਰਦਾ। ਹਾਲੇ ਮੈਂ ਉਹਨੂੰ ਹੋਰ ਸਬਕ ਵੀ ਸਿਖਾਉਣਾ ਹੈ। ਹਾਂ ਹਾਂ, ਮੈਂ ਸਭ ਕੁਝ ਜਾਣਦੀ ਹਾਂ, ਅੰਨਾ ਨੇ ਆਹ ਭਰ ਕੇ ਕਿਹਾ ਅਤੇ ਉਹਦਾ ਹੇਠਲਾ ਬੁੱਲ੍ਹ ਲਮਕ ਗਿਆ ਅਤੇ ਉਹਦੀਆਂ ਮੁਰਝਾਈਆਂ ਅੱਖਾਂ 'ਚ ਪਾਣੀ ਆ ਗਿਆ। ਅਸੀਂ ਵੀ ਆਪਣੀ ਚਿੜੀ ਨੂੰ ਸਕੂਲ 'ਚ ਪੜ੍ਹਨ ਭੇਜਦੇ ਹਾਂ। ਇੱਥੇ ਉਹਨੂੰ ਰੱਖਣਾ ਉਚਿਤ ਨਹੀਂ, ਇਸ ਲਈ ਅਸੀਂ ਉਹਨੂੰ ਸ਼ਹਿਰ 'ਚ ਇੱਕ ਮਾਣ ਮਰਿਆਦਾ ਵਾਲੇ ਟੱਬਰ 'ਚ ਰੱਖਦੇ ਹਾਂ। ਪਰ ਸਕੂਲੋਂ ਅਜਿਹੀਆਂ ਗੱਲਾਂ ਸਿੱਖ ਕੇ ਆਉਂਦੀ ਹੈ ਕਿ ਉਹਨਾਂ ਨੂੰ ਸੁਣ ਕੇ ਮੇਰਾ ਚਿਹਰਾ ਲਾਲ ਹੋ ਜਾਂਦਾ ਹੈ। ਰੱਬ ਦੀ ਕਸਮ, ਉਹਦੀਆਂ ਗੱਲਾਂ ਸੁਣ ਕੇ ਅੰਨਾ ਦਾ ਚਿਹਰਾ ਲਾਲ ਹੋ ਜਾਂਦਾ ਹੈ। ਇਸ ਸਾਏ ਨੇ ਅੰਨਾ ਦੀ ਤਾਈਦ ਕਰਦਿਆਂ ਆਖਿਆ। ਜ਼ਰੂਰ ਲਾਲ ਹੋ ਜਾਂਦਾ ਹੋਏਗਾ, ਇੰਸਪੈਕਟਰ ਨੇ ਹਾਂ ਛਾਂ ਮਿਲਾਉਂਦਿਆਂ ਕਹਿ ਦਿੱਤਾ। ਹਾਂ ਹਾਂ ਹਾਂ, ਮੈਂ ਚੰਗੀ ਤਰ੍ਹਾਂ ਸਮਝ ਸਕਦਾ। ਹੇ ਈਸ਼ਵਰ, ਅਸੀਂ ਲੋਕ ਕਿੱਧਰ ਜਾ ਰਹੇ ਹਾਂ? ਦੁਨੀਆ ਕਿੱਧਰ ਜਾ ਰਹੀ ਹੈ? ਪਤਾ ਨਹੀਂ। ਕ੍ਰਾਂਤੀ ਕੁੱਕਣ ਵਾਲੇ ਸਭ ਵਿਦਿਆਰਥੀ ਅਤੇ ਦੂਜੇ ਲੋਕ ਕੀ ਕਰਨਾ ਚਾਹੁੰਦੇ ਨੇ? ਕਿੱਧਰ ਸਭ ਨੂੰ ਲੈ ਜਾਣਾ ਚਾਹੁੰਦੇ ਨੇ? ਉਹਨਾਂ ਨੂੰ ਖੁਦ ਨੂੰ ਹੀ ਸਾਰਾ ਦੋਸ਼ ਦੇਣਾ ਚਾਹੀਦਾ। ਜਿੱਧਰ ਦੇਖੋ ਉੱਧਰ ਹੀ ਬੇਈਮਾਨੀ ਹੈ। ਅਨੈਤਿਕਤਾ ਦਾ ਜ਼ੋਰ ਵੱਧ ਰਿਹਾ ਹੈ। ਬੱਚੇ ਮਾਂ-ਬਾਪ ਦੀ ਇੱਜ਼ਤ ਨਹੀਂ ਕਰਦੇ। ਇਹਨਾਂ ਲੋਕਾਂ ਨੂੰ ਗੋਲੀ ਮਾਰ ਦੇਣੀ ਚਾਹੀਦੀ ਹੈ। ਹਾਂ ਹਾਂ, ਦੇਖੋ ਨਾ, ਪਰਸੋਂ ਹੀ ਕੀ ਹੋਇਆ? ਜੋਸੀਆ ਵਿੱਚੋਂ ਹੀ ਬੋਲ ਪਈ। ਇੱਕ ਮਹਿਮਾਨ ਆਇਆ, ਬੜਾ ਤਕੜਾ ਆਦਮੀ ਸੀ। ਚੁੱਪ ਕਰ ਚੁੱਪ। ਏਮਾ, ਜੋ ਇੰਸਪੈਕਟਰ ਦੀਆਂ ਗੱਲਾਂ ਸੁਣ ਰਹੀ ਸੀ, ਵੱਡੀ ਬੁੱਢੀ ਵਾਂਗ ਸਿਰ ਹਿਲਾਉਂਦੀ ਹੋਈ ਇੱਕ ਪਾਸੇ ਨੂੰ ਝੁੱਕ ਕੇ ਉਹਦੀ ਗੱਲ ਕੱਟਦਿਆਂ ਕਹਿਣ ਲੱਗੀ, ਜਾ ਛੋਕਰੀਆਂ ਲਈ ਨਾਸ਼ਤੇ ਦਾ ਇੰਤਜ਼ਾਮ ਕਰ। ਅੱਜ ਕੱਲ੍ਹ ਕਿਸੇ 'ਤੇ ਭਰੋਸਾ ਕਰਨਾ ਵੀ ਮੁਸ਼ਕਿਲ ਹੋ ਗਿਆ ਹੈ। ਮਾਲਕਨ ਨੇ ਸ਼ਿਕਾਇਤੀ ਲਹਿਜੇ 'ਚ ਕਿਹਾ। ਹਰੇਕ ਨੌਕਰ ਧੋਖਾ ਦੇਣ ਦੀ ਕੋਸ਼ਿਸ਼ ਕਰਦਾ ਹੈ। ਛੋਕਰੀਆਂ ਨੂੰ ਹਮੇਸ਼ਾ ਆਪਣੇ ਪ੍ਰੇਮੀਆਂ ਦੀ ਹੀ ਚਿੰਤਾ ਰਹਿੰਦੀ ਹੈ। ਮਜ਼ਾ ਉਹ ਭਾਵੇਂ ਜਿੰਨਾ ਮਰਜ਼ੀ ਲੈਣ, ਉਹਨਾਂ ਦੀ ਕੋਈ ਸ਼ਿਕਾਇਤ ਨਹੀਂ, ਪਰ ਉਹਨਾਂ ਨੂੰ ਆਪਣੇ ਕੰਮ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ। ਉਹਦਾ ਉਹਨਾਂ ਨੂੰ ਭੋਰਾ ਭਰ ਵੀ ਧਿਆਨ ਨਹੀਂ ਰਹਿੰਦਾ। ਇਸ ਤੋਂ ਬਾਅਦ ਕੁਝ ਦੇਰ ਅਜੀਬ ਜਿਹੀ ਚੁੱਪ ਤਣੀ ਰਹੀ। ਫਿਰ ਇੱਕ ਔਰਤ ਦੀ ਬਾਰੀਕ ਜਿਹੀ ਆਵਾਜ਼ ਬੂਹੇ ਦੇ ਉਸ ਪਾਸਿਓਂ ਆਈ। ਚਾਚੀ, ਪਿਆਰੀ ਚਾਚੀ, ਇਹ ਫੜ ਰੁਪਈਆ ਅਤੇ ਮੈਨੂੰ ਸਟੈਂਪ ਦੇ ਦੇ। ਪੀਟੇ ਚਲਾ ਗਿਆ ਹੈ। ਇੰਸਪੈਕਟਰ ਖਲੋ ਕੇ ਆਪਣੇ ਵੱਟ ਠੀਕ ਕਰਦਾ ਬੋਲਿਆ, ਮੈਨੂੰ ਇੱਥੇ ਬਹੁਤ ਦੇਰ ਹੋ ਗਈ ਹੈ, ਬਹੁਤ ਕੰਮ ਪਿਆ ਕਰਨ ਵਾਲਾ। ਚੰਗਾ ਅੰਨਾ, ਸਲਾਮ। ਅਲਵਿਦਾ ਮਿਸਟਰ ਏਸਾਈ। ਇੰਸਪੈਕਟਰ ਸਾਹਿਬ, ਇੱਕ ਗਲਾਸ ਹੋਰ ਪੀ ਲਓ। ਇਸ ਨਾਲ ਕੰਮ 'ਚ ਤੁਹਾਨੂੰ ਥਕਾਵਟ ਨਹੀਂ ਹੋਣ ਲੱਗੀ? ਈਸਾਈ ਨੇ ਮੇਜ਼ ਨਾਲ ਆਪਣਾ ਸਿਰ ਲਗਾਉਂਦਿਆਂ ਕਿਹਾ। ਨਹੀਂ ਨਹੀਂ, ਧੰਨਵਾਦ, ਮੈਂ ਤਾਂ ਹਲਕ ਤੱਕ ਭਰਿਆ ਪਿਆ, ਹੁਣ ਤਾਂ ਭੋਰਾ ਵੀ ਥਾਂ ਨਹੀਂ। ਤੁਹਾਡੀ ਮਿਹਰਬਾਨੀ ਲਈ ਸ਼ੁਕਰੀਆ। ਤੁਹਾਡਾ ਇੱਥੇ ਆਉਣ 'ਤੇ ਧੰਨਵਾਦ ਇੰਸਪੈਕਟਰ ਸਾਹਿਬ। ਕਿਰਪਾ ਕਰਕੇ ਫਿਰ ਵੀ ਆਉਣਾ। ਤੁਹਾਡੇ ਕੋਲ ਆਉਣ 'ਤੇ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ। ਚੰਗਾ, ਫੇਰ ਮਿਲੂੰਗਾ। ਸਲਾਮ। ਇੰਨਾ ਆਖੋ ਚੱਲ ਪਿਆ। ਚਲਦੇ ਚਲਦੇ ਬੂਹੇ 'ਤੇ 1 ਮਿੰਟ ਲਈ ਰੁਕ ਗਿਆ ਅਤੇ ਮਿੱਤਰ ਵਾਂਗ ਸਲਾਹ ਦਿੰਦਿਆਂ ਬੋਲਿਆ, ਦੇਖੋ, ਸਮਾਂ ਮਿਲਦੇ ਤੁਸੀਂ ਇਸ ਕੁੜੀ ਨੂੰ ਕਿਤੇ ਹੋਰ ਭੇਜ ਦਿਓ ਤਾਂ ਚੰਗਾ ਹੈ। ਵੈਸੇ ਤੁਹਾਡੀ ਮਰਜ਼ੀ, ਪਰ ਮਿੱਤਰ ਵਜੋਂ ਮੇਰੀ ਤੁਹਾਨੂੰ ਇਹੋ ਸਲਾਹ ਹੈ। ਇੰਨਾ ਆਖੋ ਚਲਾ ਗਿਆ। ਪੌੜੀਆਂ ਉਤਰਨ ਦੀ ਉਹਦੀ ਆਵਾਜ਼ ਜਦੋਂ ਖਤਮ ਹੋ ਗਈ ਅਤੇ ਬਾਹਰਲਾ ਬੂਹਾ ਉਹਨੂੰ ਬਾਹਰ ਕੱਢ ਕੇ ਮੁੜ ਬੰਦ ਹੋ ਗਿਆ ਤਾਂ ਅੰਨਾ ਨੇ ਨਾਸਾਂ ਰਾਹੀਂ ਜ਼ੋਰ ਦੀ ਸਾਹ ਖਿੱਚਦਿਆਂ ਘਿਰਣਾ ਨਾਲ ਕਿਹਾ, ਮੱਕਾਰ, ਫਰੇਬੀ ਕਿਤੋਂ ਦਾ, ਆਪਣੀ ਮੁੱਠੀ ਗਰਮ ਕਰਨ ਲਈ ਆਉਂਦਾ ਹੈ। ਆਉਂਦਿਆਂ ਵੀ ਮੁੱਠੀ ਗਰਮ ਅਤੇ ਜਾਂਦਿਆਂ ਵੀ। ਅੰਗ ਤੀਸਰਾ। ਹੌਲੀ ਹੌਲੀ ਉਹ ਸਾਰੇ ਇੱਕ ਇੱਕ ਕਰਕੇ ਕਮਰੇ 'ਚ ਉੱਠ ਗਏ। ਘਰ 'ਚ ਹਨੇਰਾ ਛਾ ਰਿਹਾ ਹੈ। ਮੁਸਕਰਾਉਂਦੀ ਹੋਈ ਕੁਛ ਦਿਨ ਹਲਕੀ ਹਲਕੀ ਸੁਗੰਧ ਫੈਲ ਰਹੀ ਸੀ। ਚਾਰੇ ਪਾਸੇ ਸ਼ਾਂਤੀ ਹੈ। ਸ਼ਾਮ ਨੂੰ 6 ਵਜੇ ਸਾਰੇ ਲੋਕ ਖਾਣਾ ਖਾਂਦੇ ਹਨ। ਉਦੋਂ ਤੱਕ ਸਮਾਂ ਹੌਲੀ ਹੌਲੀ ਅਤੇ ਬੜੀ ਮੁਸ਼ਕਿਲ ਨਾਲ ਗੁਜ਼ਰਦਾ ਹੈ। ਦੁਪਹਿਰ ਦੀ ਛੁੱਟੀ ਦਾ ਇਹ ਵਕਤ ਘਰ ਨੂੰ ਬਹੁਤ ਭਾਰੀ ਅਤੇ ਖਾਲੀ ਜਾਪਦਾ ਹੈ। ਕੁਝ ਇਹ ਸਮਾਂ ਉਹਨਾਂ ਸਕੂਲਾਂ ਦੀਆਂ ਲੰਮੀਆਂ ਛੁੱਟੀਆਂ ਵਾਂਗ ਜਾਂ ਮਹਿਲਾ ਆਸ਼ਰਮਾਂ ਅਤੇ ਉਹਨਾਂ ਮਹਿਲਾ ਸੰਸਥਾਵਾਂ ਵਾਂਗ ਗੁਜ਼ਰਦਾ ਹੈ, ਜਿੱਥੇ ਜ਼ਿਆਦਾ ਕੰਮ ਨਾ ਹੋਣ ਕਾਰਨ ਮਨ ਆਲਸ ਨਾਲ ਉਕਤਾ ਜਾਂਦਾ ਹੈ। ਸਿਰਫ ਸਕਰਟ ਅਤੇ ਇੱਕ ਸਫੈਦ ਕੁੜਤੀ ਪਹਿਨੇ
ਨੰਗੇ ਹੱਥੀਂ ਤੇ ਕਦੀ-ਕਦੀ ਨੰਗੇ ਪੈਰ ਵੀ ਇਸਤਰੀਆਂ ਇੱਧਰ-ਉੱਧਰ ਇਸ ਕਮਰੇ ਤੋਂ ਉਸ ਕਮਰੇ, ਉਸ ਕਮਰੇ ਤੋਂ ਇਸ ਕਮਰੇ 'ਚ ਘੁੰਮ ਰਹੀਆਂ। ਨਾ ਤਾਂ ਕਿਸੇ ਨੇ ਮੂੰਹ ਹੱਥ ਹੀ ਧੋਤੇ, ਨਾ ਹੀ ਕਿਸੇ ਨੇ ਆਪਣੇ ਵਾਲ ਵਾਹੇ। ਕੋਈ ਆਲਸ ਨਾਲ ਪਿਆਨੋ ਦੀਆਂ ਤਾਰਾਂ 'ਤੇ ਉਂਗਲੀਆਂ ਚਲਾ ਰਹੀ ਸੀ, ਕੋਈ ਤਾਸ਼ ਦੇ ਪੱਤਿਆਂ ਨਾਲ ਆਪਣੀ ਕਿਸਮਤ ਅਜ਼ਮਾ ਰਹੀ ਸੀ ਤੇ ਸਾਰੀਆਂ ਆਲਸ ਨਾਲ ਇੱਕ ਦੂਜੇ ਨੂੰ ਕੋਸਦੀਆਂ ਹੋਈਆਂ, ਬੇਸਬਰੀ ਨਾਲ ਆਪਣਾ ਸਮਾਂ ਗੁਜ਼ਾਰਦੀਆਂ ਹੋਈਆਂ ਆਉਣ ਵਾਲੀ ਸ਼ਾਮ ਦੀ ਉਡੀਕ ਕਰ ਰਹੀਆਂ ਸਨ। ਲਿਊਬੀਕਾ ਨਾਸ਼ਤਾ ਖ਼ਤਮ ਕਰਕੇ ਰਹਿੰਦ ਖੂੰਹਦ ਚੁੱਕ ਕੇ ਕੁੱਤੇ ਨੂੰ ਪਾਉਣ ਚਲੀ ਗਈ ਸੀ, ਪਰ ਜ਼ਿਆਦਾ ਦੇਰ ਕੁੱਤੇ ਕੋਲ ਠਹਿਰਨ ਲਈ ਉਹਦਾ ਮਨ ਨਹੀਂ ਮੰਨਿਆ। ਉਹਨੇ ਤੇ ਨਿਓਰਾ ਨੇ ਕੁਝ ਚਾਕਲੇਟ ਤੇ ਸੂਰਜਮੁਖੀ ਦੇ ਬੀਜ ਖਰੀਦ ਲਏ ਸਨ, ਜਿਨ੍ਹਾਂ ਨੂੰ ਉਹ ਦੋਵੇਂ ਇਸ ਵੇਲੇ ਗਲੀ ਦੇ ਨੇੜੇ ਦੇ ਮਕਾਨ ਦੀ ਚਾਰਦੀਵਾਰੀ ਨੇੜੇ ਖਲੋਤੀਆਂ ਖਾ ਰਹੀਆਂ ਸਨ। ਉਹ ਸੂਰਜਮੁਖੀ ਦੇ ਬੀਜਾਂ ਨੂੰ ਚੱਬ ਕੇ ਪੋਲਾ ਕਰਕੇ ਗੁੱਦਾ ਖਾ ਲੈਂਦੀਆਂ। ਛਿਲਕੇ ਉਹਨਾਂ ਦੇ ਮੂੰਹ 'ਚੋਂ ਨਿਕਲ ਉਹਨਾਂ ਦੀਆਂ ਠੋਡੀਆਂ ਤੇ ਛਾਤੀਆਂ 'ਤੇ ਆ ਡਿੱਗਦੇ ਸਨ। ਦੋਵੇਂ ਗਲੀ 'ਚ ਆਉਣ ਜਾਣ ਵਾਲਿਆਂ ਬਾਰੇ ਇੱਕ ਦੂਜੇ ਨਾਲ ਤਰ੍ਹਾਂ ਦੀਆਂ ਗੱਲਾਂ ਕਰਨ 'ਚ ਰੁੱਝੀਆਂ ਹੋਈਆਂ ਹਨ। ਬੱਤੀ ਜਲਾਉਣ ਵਾਲਿਆਂ ਬਾਰੇ, ਜੋ ਗਲੀ ਦੀਆਂ ਬੱਤੀਆਂ 'ਚ ਮਿੱਟੀ ਦਾ ਤੇਲ ਭਰ ਰਿਹਾ ਸੀ, ਪੁਲਿਸ ਦੇ ਸਿਪਾਹੀ ਬਾਰੇ, ਜੋ ਆਪਣਾ ਰੋਜ਼ਨਾਮਚਾ ਕੱਛ ਦੇ ਕੇ ਤੁਰਿਆ ਰਹਿੰਦਾ ਸੀ, ਕਿਸੇ ਹਵੇਲੀ ਦੀ ਮਾਲਕਣ ਬਾਰੇ ਜੋ ਦੌੜਦੀ ਹੋਈ ਉਸ ਪਾਰ ਦੀ ਦੁਕਾਨ ਤੋਂ ਕੁਝ ਖਰੀਦਣ ਲਈ ਝਪਟਦੀ ਜਾ ਰਹੀ ਸੀ। ਨਿਊਰਾ ਘੱਟ ਉਮਰ ਦੀ ਕੁੜੀ ਹੈ। ਉਹਦੀਆਂ ਅੱਖਾਂ ਨੀਲੀਆਂ ਤੇ ਉੱਭਰੀਆਂ ਹੋਈਆਂ ਹਨ ਤੇ ਉਹਦੇ ਵਾਲ ਭੂਰੇ ਤੇ ਰੇਸ਼ਮੀ ਹਨ। ਉਹਦੀਆਂ ਪੁੜਪੁੜੀਆਂ ਤੇ ਨੀਲੀਆਂ ਨਸਾਂ ਦਿਸਦੀਆਂ ਹਨ। ਉਹਦੇ ਚਿਹਰੇ 'ਚ ਕੋਈ ਚੀਜ਼ ਅਜਿਹੀ ਮਾਸੂਮ ਤੇ ਹਠੀਲੀ ਹੈ ਕਿ ਉਹਨੂੰ ਦੇਖਦਿਆਂ ਹੀ ਖੰਡ ਦੇ ਬਣੇ ਉਸ ਮੇਮਣੇ ਦੀ ਯਾਦ ਆ ਜਾਂਦੀ ਹੈ, ਜੋ ਕਿ ਈਸਟਰ ਦੇ ਤਿਉਹਾਰ ਵੇਲੇ ਮਿਠਾਈਆਂ 'ਚ ਬਣਾਇਆ ਜਾਂਦਾ ਹੈ। ਉਹ ਸਜੀਵ, ਚੰਚਲ ਤੇ ਉਤਸੁਕ ਹੈ। ਹਰ ਗੱਲ 'ਚ ਆਪਣੀ ਟੰਗ ਘੁਸੇੜ ਲੈਂਦੀ ਹੈ। ਹਰੇਕ ਨਾਲ ਉਹਦੀ ਰਾਏ ਮਿਲ ਜਾਂਦੀ ਹੈ। ਹਰ ਖਬਰ ਉਸ ਕੋਲ ਸਭ ਤੋਂ ਪਹਿਲਾਂ ਪਹੁੰਚਦੀ ਹੈ ਤੇ ਜਦੋਂ ਬੋਲਣ ਲੱਗਦੀ ਹੈ, ਇੰਨਾ ਤੇ ਇਉਂ ਜਲਦੀ ਬੋਲਦੀ ਹੈ ਕਿ ਉਹਦੇ ਮੂੰਹ 'ਚੋਂ ਬੱਚਿਆਂ ਵਾਂਗ ਝੱਗ ਨਿਕਲਣ ਲੱਗਦੀ ਹੈ। ਸਾਹਮਣੇ ਦੀ ਦੁਕਾਨ 'ਚੋਂ ਇੱਕ ਨੌਕਰ ਨਿਕਲਿਆ, ਜਿਹਦੇ ਵਾਲ ਘੁੰਗਰਾਲੇ ਤੇ ਸੰਘਣੇ ਸੀ, ਜਿਹਦੀ ਅੱਖ 'ਚ ਵੀ ਥੋੜ੍ਹਾ ਜਿਹਾ ਨੁਕਸ ਸੀ। ਉਹਨੇ ਗਲੀ 'ਚ ਠਿਠਕ ਕੇ ਇੱਧਰ-ਉੱਧਰ ਵੇਖਿਆ ਤੇ ਫਿਰ ਨੇੜਲੇ ਸ਼ਰਾਬਖਾਨੇ ਵੱਲ ਲਪਕ ਗਿਆ। ਪ੍ਰੋਖੋਰ ਆਈਵਾਨੋਵਿਚ, ਓਏ ਪ੍ਰੋਖੋਰ ਆਈਵਾਨੋਵਿਚ, ਨਿਓਰਾ ਨੇ ਆਵਾਜ਼ ਮਾਰੀ। ਬੀਜ ਖਾਏਂਗਾ? ਆ ਤੈਨੂੰ ਸੂਰਜਮੁਖੀ ਦੇ ਬੀਜ ਖਵਾਈਏ। ਹਾਂ, ਆ ਜਾ, ਸਾਡੇ ਘਰ ਆ ਜਾ, ਲਿਊਬੀਕਾ ਸੁਰੀਲੀ ਆਵਾਜ਼ 'ਚ ਬੋਲੀ। ਨਿਊਰਾ ਜ਼ੋਰ ਨਾਲ ਨੱਕ ਸੁੜਕ ਕੇ ਖਿੜਖੜਾ ਕੇ ਕਹਿਣ ਲੱਗੀ, ਹਾਂਜੀ ਆ ਜਾਓ, ਤੁਸੀਂ ਵੀ ਸਾਡੇ ਕੋਲ ਆ ਕੇ ਆਪਣੇ ਪੈਰ ਗਰਮ ਕਰ ਲਓ। ਪਰ ਇੰਨੇ 'ਚ ਹੀ ਸਾਹਮਣੇ ਵਾਲਾ ਬੂਹਾ ਖੁੱਲ੍ਹਿਆ ਤੇ ਉਸ 'ਚੋਂ ਵੱਡੀ ਚਾਚੀ ਦੀ ਵੱਡੀ ਤੇ ਕਠੋਰ ਮੂਰਤ ਦਿਖਾਈ ਦਿੱਤੀ। ਹਾਏ, ਇਹ ਕੀ ਨੰਗਾ ਨਾਚ ਹੋ ਰਿਹਾ? ਉਹਨੇ ਉਹਨਾਂ ਨੂੰ ਫਿਟਕਾਰਦਿਆਂ ਆਖਿਆ। ਕਿੰਨੀ ਵਾਰ ਤੁਹਾਨੂੰ ਸਮਝਾਇਆ ਕਿ ਦਿਨ ਵੇਲੇ ਗਲੀ ਵੱਲ ਨਾ ਜਾਇਆ ਕਰੋ, ਤੇ ਉਹ ਵੀ ਹਾਏ ਸਿਰਫ ਸਕਰਟ ਤੇ ਕੁੜਤੀ ਪਹਿਨ ਕੇ। ਮੇਰੀ ਸਮਝ 'ਚ ਨਹੀਂ ਆਉਂਦਾ ਕਿ ਤੁਹਾਨੂੰ ਆਪਣੀ ਇੱਜ਼ਤ ਦਾ ਭੋਰਾ ਵੀ ਖਿਆਲ ਕਿਉਂ ਨਹੀਂ। ਭਲੀਆਂ ਕੁੜੀਆਂ ਜਿਨ੍ਹਾਂ ਨੂੰ ਆਪਣੀ ਇੱਜ਼ਤ ਦਾ ਖਿਆਲ ਹੁੰਦਾ, ਇੱਦਾਂ ਬਾਹਰ ਨਹੀਂ ਨਿਕਲਦੀਆਂ ਹੁੰਦੀਆਂ। ਤੁਸੀਂ ਇਹ ਭੁੱਲ ਜਾਂਦੀਆਂ ਹੋ ਕਿ ਈਸ਼ਵਰ ਦੀ ਕਿਰਪਾ ਨਾਲ ਤੁਸੀਂ ਉਸ ਟੁੱਟਲ ਚੱਕਲੇ 'ਚ ਨਹੀਂ ਹੋ, ਜਿਸ 'ਚ ਸਿਪਾਹੀ ਤੇ ਜੇਬ ਕਤਰੇ ਭਰੇ ਰਹਿੰਦੇ ਹੈ। ਬੀਬੀਓ, ਇਹ ਛੋਟਾ ਕਟੜਾ ਨਹੀਂ, ਵੱਡਾ ਕਟੜਾ ਹੈ, ਵੱਡਾ। ਕੁੜੀਆਂ ਇਹ ਫਿਟਕਾਰ ਸੁਣ ਕੇ ਘਰ 'ਚ ਵੜ ਗਈਆਂ ਤੇ ਰਸੋਈ 'ਚ ਜਾ ਕੇ ਮੂਹੜਿਆਂ 'ਤੇ ਬਹਿ ਗਈਆਂ ਤੇ ਪੈਰ ਹਿਲਾਉਂਦੀਆਂ ਹੋਈਆਂ ਬੀਜ ਚੱਬਦੀਆਂ ਰਸੋਈ 'ਚ ਕੰਮ ਕਰ ਰਹੀ ਪ੍ਰਾਸਕੋਵੀਆ ਨਾਂ ਦੀ ਇਸਤਰੀ ਦੇ ਕ੍ਰੋਧਿਤ ਚਿਹਰੇ ਨੂੰ ਘੂਰਨ ਲੱਗੀਆਂ। ਕਾਫੀ ਦੇਰ ਤੱਕ ਉਹ ਇੱਦਾਂ ਹੀ ਬੈਠੀਆਂ ਉਹਨੂੰ ਘੂਰਦੀਆਂ ਰਹੀਆਂ। ਛੋਟੀ ਮਾਨਕਾ ਦੇ ਕਮਰੇ 'ਚ, ਜਿਹਨੂੰ ਮਾਨਕਾ ਗਜ਼ਰ ਤੇ ਸਫੈਦ ਨੰਨੀ ਮਾਨਕਾ ਦੇ ਨਾਂ ਨਾਲ ਵੀ ਬੁਲਾਇਆ ਜਾਂਦਾ ਹੈ, ਖਾਸੀ ਭੀੜ ਹੋਈ ਪਈ ਸੀ। ਮੰਜੇ ਦੀ ਬਾਹੀ 'ਤੇ ਬੈਠੀ ਉਹ ਇੱਕ ਹੋਰ ਜ਼ੋ ਨਾਂ ਦੀ ਕੁੜੀ ਨਾਲ, ਜੋ ਇੱਕ ਲੰਬੀ ਸੁੰਦਰ ਟੇਢੀਆਂ ਸੇਲੀਆਂ ਭੂਰੀਆਂ ਤੇ ਕੁਝ ਉੱਭਰੀਆਂ ਹੋਈਆਂ ਅੱਖਾਂ ਤੇ ਠੀਕ ਰੂਸੀ ਵੇਸਵਾਵਾਂ ਜਿਹੇ ਸਫੇਦ ਚਿਹਰੇ ਵਾਲੀ ਇਸਤਰੀ ਹੈ, ਤਾਸ਼ ਖੇਡ ਰਹੀ ਸੀ। ਬਾਦਸ਼ਾਹ ਕੁੱਟ ਦੀ ਖੇਡ ਹੋ ਰਹੀ ਸੀ। ਮਾਨਕਾ ਦੀ ਦਿਲੀ ਦੋਸਤ ਜ਼ੇਨਿਆ ਉਹਨਾਂ ਦੋਵਾਂ ਦੀ ਪਿੱਠ ਪਿੱਛੇ ਸਿੱਧੀ ਲੇਟੀ ਹੋਈ ਡਿਊਮਾ ਦਾ ਇੱਕ ਫਟਿਆ ਜਿਹਾ ਨਾਵਲ ਰਾਣੀ ਦਾ ਹਾਰ ਪੜ੍ਹ ਰਹੀ ਸੀ ਤੇ ਸਿਗਰਟ ਪੀ ਰਹੀ ਸੀ। ਸਾਰੇ ਘਰ 'ਚ ਕੇਵਲ ਜ਼ੇਨਿਆ ਨੂੰ ਹੀ ਪੜ੍ਹਨ ਦਾ ਸ਼ੌਕ ਸੀ। ਸੱਚ ਤਾਂ ਇਹ ਹੈ ਕਿ ਉਹਨੂੰ ਪੜ੍ਹਨ ਦੀ ਲੱਤ ਜਿਹੀ ਸੀ। ਜਿਹੜੀ ਵੀ ਕਿਤਾਬ ਉਹਨੂੰ ਪੜ੍ਹਨ ਲਈ ਮਿਲ ਜਾਂਦੀ, ਉਸੇ ਨੂੰ ਪੜ੍ਹਨ ਬਹਿ ਜਾਂਦੀ। ਪਰ ਇਸ ਤਰ੍ਹਾਂ ਬਹੁਤ ਅੰਟ-ਸ਼ੰਟ ਨਾਵਲ ਪੜ੍ਹਨ 'ਤੇ ਵੀ ਉਹਨਾਂ ਦਾ ਉਹਦੇ ਦਿਲੋਂ ਦਿਮਾਗ 'ਤੇ, ਜਿਵੇਂ ਕਿ ਉਮੀਦ ਕੀਤੀ ਜਾਣੀ ਚਾਹੀਦੀ ਹੈ, ਕੋਈ ਅਸਰ ਨਹੀਂ ਹੋਇਆ। ਉਹਨੂੰ ਤਲਿਸਮੀ ਤੇ ਰਹੱਸ ਭਰੇ ਨਾਵਲ ਜ਼ਿਆਦਾ ਪਸੰਦ ਹੈ, ਜਿਨ੍ਹਾਂ 'ਚ ਬੜੀ ਹੁਸ਼ਿਆਰੀ ਨਾਲ ਹੌਲੀ ਰਹੱਸਾਂ ਦੀਆਂ ਗੰਢਾਂ ਖੋਲ੍ਹੀਆਂ ਜਾਂਦੀਆਂ। ਕੁੱਟਮਾਰ ਦੀਆਂ ਕਹਾਣੀਆਂ, ਜਿਨ੍ਹਾਂ 'ਚ ਬਹਾਦਰ ਆਪਣੀ ਇੱਜ਼ਤ ਤੋਂ ਪਿਛਾਂਹ ਨਹੀਂ ਹਟਦੇ, ਤੇ ਖੁੱਲ੍ਹਦਿਲੀ ਦੇ ਕਿੱਸੇ, ਜਿਨ੍ਹਾਂ 'ਚ ਮੁੱਖ ਪਾਤਰ ਸੋਨੇ ਦੀਆਂ ਮੋਹਰਾਂ ਨਾਲ ਠਸਾਠਸ ਭਰੀਆਂ ਥੈਲੀਆਂ
ਇੱਧਰ ਉੱਧਰ ਖੰਡਾਉਂਦੇ ਤੁਰੇ ਜਾਂਦੇ ਆ। ਜਾਂ ਰਾਜਿਆਂ ਮਹਾਰਾਜਿਆਂ ਦੇ ਇਸਤਰੀ ਪ੍ਰੇਮ ਦੇ ਕਿੱਸੇ ਉਹਨੂੰ ਬਹੁਤ ਪਸੰਦ ਹੈ, ਪਰ ਆਪਣੀ ਰੋਜ਼ਾਨਾ ਜ਼ਿੰਦਗੀ 'ਚ ਅਜਿਹੇ ਕਿੱਸੇ ਪੜ੍ਹਨ ਦੇ ਬਾਵਜੂਦ ਵੀ ਸੰਜੀਦਾ ਤੇ ਅਜਿਹੀਆਂ ਗੱਲਾਂ ਦਾ ਮਜ਼ਾਕ ਉਡਾਉਣ ਵਾਲੀ ਅਮਲੀ ਤੇ ਭਿਅੰਕਰ ਨਿਰਾਸ਼ਾਵਾਦੀ ਹੀ ਸੀ। ਇਸ ਘਰ ਦੀਆਂ ਕੁੜੀਆਂ ਉਸ ਨਾਲ ਉਵੇਂ ਹੀ ਸਲੂਕ ਕਰਦੀਆਂ ਜਿਵੇਂ ਕਿ ਸਕੂਲ 'ਚ ਸਭ ਤੋਂ ਮਜ਼ਬੂਤ ਮੁੰਡੇ ਜਾਂ ਉਸ ਦਰਜੇ ਦੇ ਮੁੰਡੇ ਜਾਂ ਸਭ ਤੋਂ ਸੁੰਦਰ ਕੁੜੀ ਨਾਲ ਹੁੰਦਾ ਹੈ, ਜੋ ਕਿ ਸਭ 'ਤੇ ਹੁਕਮ ਚਲਾਉਂਦੀ ਤੇ ਜ਼ੁਲਮ ਕਰਦੀ ਹੋਵੇ ਤੇ ਫਿਰ ਵੀ ਪੂਜੀ ਜਾਂਦੀ ਹੋਵੇ। ਉਹ ਪਤਲੀ ਲੰਬੀ ਸੁਨਹਿਰੀ ਵਾਲਾਂ ਤੇ ਸੋਹਣੀਆਂ ਗੋਲ ਅੱਖਾਂ ਵਾਲੀ ਹੈ। ਉਹਦਾ ਚਿਹਰਾ ਛੋਟਾ ਤੇ ਘਮੰਡੀ ਹੈ ਤੇ ਉਹਦੇ ਉੱਪਰਲੇ ਬੁੱਲ੍ਹ 'ਤੇ ਥੋੜ੍ਹੀ ਜਿਹੀ ਲਾਈਨ ਹੈ ਤੇ ਗੱਲਾਂ 'ਤੇ ਡੂੰਘੀ ਬਿਮਾਰ ਲਾਲੀ। ਮੂੰਹ 'ਚ ਸਿਗਰਟ ਨੱਪੀ ਧੂੰਏਂ ਤੋਂ ਬਚਣ ਲਈ ਅੱਖਾਂ ਘੁਮਾਉਂਦੀ ਹੋਈ ਥੁੱਕ ਨਾਲ ਉਂਗਲੀ ਗਿੱਲੀ ਕਰਕੇ ਉਹ ਪੰਨੇ 'ਤੇ ਪੰਨਾ ਪਲਟਦੀ ਜਾ ਰਹੀ ਹੈ। ਉਹਦੀਆਂ ਟੰਗਾਂ ਗੋਡਿਆਂ ਤੀਕ ਖੁੱਲ੍ਹੀਆਂ ਹੋਈਆਂ, ਗੋਡੇ ਬਹੁਤ ਵੱਡੇ ਤੇ ਦੇਖਣ 'ਚ ਬਹੁਤ ਭੱਦੇ ਲੱਗਦੇ ਆ। ਪੈਰਾਂ ਦੇ ਅੰਗੂਠਿਆਂ ਹੇਠਾਂ ਵੀ ਭੈੜੇ ਢੰਗ ਦੀਆਂ ਮਾਸ ਦੀਆਂ ਗੰਢਾਂ ਹਨ। ਇਹਨਾਂ ਸਾਰਿਆਂ ਨਾਲ ਤਮਾਰਾ ਨਾਂ ਦੀ ਇੱਕ ਹੋਰ ਕੁੜੀ ਵੀ ਚੌਂਕੜੀ ਮਾਰੀ ਕਮਰ ਝੁਕਾਈ ਬੈਠੀ ਬੈਠੀ ਕੁਝ ਸਿਉਂ ਰਹੀ ਹੈ। ਉਹ ਸ਼ਾਂਤ ਸੁਭਾਅ ਦੀ ਆਰਾਮ ਪਸੰਦ ਸੋਹਣੀ ਕੁੜੀ ਹੈ, ਜਿਹਦਾ ਰੰਗ ਥੋੜ੍ਹਾ ਥੋੜ੍ਹਾ ਲਾਲ ਹੈ ਤੇ ਉਸ ਵਿੱਚ ਉਹ ਸੰਘਣੀ ਚਮਕ ਹੈ ਜੋ ਸਰਦੀਆਂ ਵਿੱਚ ਲੂੰਬੜੀਆਂ ਦੀ ਪਿੱਠ ਦੇ ਵਾਲਾਂ 'ਤੇ ਆ ਜਾਂਦੀ ਹੈ। ਉਹਦਾ ਅਸਲ ਨਾਂ ਗਲੀਸੇਰਾ ਜਾਂ ਲੁਕੇਰੀਆ ਹੈ, ਜਿਵੇਂ ਆਮ ਲੋਕ ਬੁਲਾਉਂਦੇ ਹੈ। ਚੱਕਲਿਆਂ ਦਾ ਪੁਰਾਣਾ ਰਿਵਾਜ਼ ਹੈ, ਉੱਥੇ ਆਉਣ ਵਾਲੀਆਂ ਕੁੜੀਆਂ ਦੇ ਸਧਾਰਨ ਪੇਂਡੂ ਨਾਮ ਬਦਲ ਕੇ ਆਕਰਸ਼ਕ ਤੇ ਪਿਆਰੇ ਨਾਂ ਰੱਖ ਦਿੱਤੇ ਜਾਂਦੇ ਹੈ। ਇਸ ਲਈ ਲੁਕੇਰੀਆ ਜਾਂ ਗਲੀਸੇਰਾ ਦੀ ਥਾਂ ਇਸ ਕੁੜੀ ਦਾ ਨਾਂ ਵੀ ਤਮਾਰਾ ਰੱਖ ਦਿੱਤਾ। ਤਮਾਰਾ ਪਹਿਲਾਂ ਇੱਕ ਈਸਾਈ ਮਹਿਲਾ ਆਸ਼ਰਮ 'ਚ ਰਹਿੰਦੀ ਸੀ, ਜਿੱਥੇ ਧਾਰਮਿਕ ਕੰਮਾਂ ਲਈ ਪਾਦਰੀ ਇਸਤਰੀਆਂ ਤਿਆਰ ਕੀਤੀਆਂ ਜਾਂਦੀਆਂ ਹਨ। ਉਹ ਸ਼ਾਇਦ ਉੱਥੇ ਕੁਝ ਦਿਨ ਤੱਕ ਸ਼ਿਸ਼ ਵਾਂਗ ਵੀ ਰਹੀ, ਕਿਉਂਕਿ ਉਹਦੇ ਚਿਹਰੇ 'ਤੇ ਹਾਲੇ ਤੱਕ ਉਹੀ ਝਿਜਕ ਤੇ ਨਿਆਣੀ ਸ਼ਰਮ ਦੀ ਝਲਕ ਕਾਇਮ ਸੀ, ਜੋ ਕਿ ਅਜਿਹੇ ਆਸ਼ਰਮਾਂ ਦੀਆਂ ਨਵੀਆਂ ਆਉਣ ਵਾਲੀਆਂ ਦੇ ਚਿਹਰਿਆਂ 'ਤੇ ਆਮ ਹੁੰਦੀ ਹੈ। ਤਮਾਰਾ ਇਸ ਘਰ 'ਚ ਦੂਸਰਿਆਂ ਤੋਂ ਅਲੱਗ ਥਲਾਗੀ ਰਹਿੰਦੀ ਹੈ। ਨਾ ਤਾਂ ਉਹ ਕਿਸੇ ਨਾਲ ਜ਼ਿਆਦਾ ਗੱਲਾਂ ਹੀ ਕਰਦੀ ਹੈ ਤੇ ਨਾ ਹੀ ਕਿਸੇ ਨੂੰ ਆਪਣੀ ਪਿਛਲੀ ਜ਼ਿੰਦਗੀ ਦੇ ਭੇਤ ਹੀ ਦੱਸਦੀ ਹੈ। ਆਸ਼ਰਮਾਂ 'ਚ ਜਾਣ ਤੋਂ ਪਹਿਲਾਂ ਉਹਦੇ ਜੀਵਨ 'ਚ ਅਵੱਸ਼ ਹੀ ਬਹੁਤ ਸਾਰੀਆਂ ਘਟਨਾਵਾਂ ਵਾਪਰੀਆਂ ਹੋਣਗੀਆਂ, ਕਿਉਂਕਿ ਹੌਲੀ ਹੌਲੀ ਗੱਲਾਂ ਕਰਨ ਦੇ ਉਹਦੇ ਢੰਗ ਤੋਂ ਨਜ਼ਰਾਂ ਬਚਾ ਬਚਾ ਆਪਣੀਆਂ ਲੰਮੀਆਂ ਤੇ ਝੁਕੀਆਂ ਹੋਈਆਂ ਸੇਲੀਆਂ ਹੇਠਾਂ ਡੂੰਘੀਆਂ ਤੇ ਸੁਨਹਿਰੀ ਅੱਖਾਂ ਨਾਲ ਦੇਖਣ ਦੇ ਢੰਗ ਤੋਂ ਉਹਦੇ ਰੰਗ ਢੰਗ ਤੇ ਇੱਕ ਨਵੀਂ ਬਣਨ ਵਾਲੀ ਸਾਧਣੀ ਦੀ ਸ਼ਰਮਾਕਲ ਪਰ ਢੀਠ ਚਲਾਕੀ ਭਰੀਆਂ ਮੁਸਕਾਨਾਂ ਤੇ ਗੱਲਾਂ 'ਚ ਕੋਈ ਗੱਲ ਬਹੁਤ ਰਹੱਸਪੂਰਨ, ਗੁਪਤ ਤੇ ਅਪਰਾਧਪੂਰਨ ਸੀ। ਇੱਕ ਵਾਰ ਇਸ ਘਰ ਦੀਆਂ ਹੋਰ ਸਾਰੀਆਂ ਕੁੜੀਆਂ ਨੇ ਹੈਰਾਨ ਹੋ ਕੇ ਸੁਣਿਆ ਕਿ ਤਮਾਰਾ ਫ੍ਰੈਂਚ ਤੇ ਜਰਮਨ ਭਾਸ਼ਾਵਾਂ ਬਹੁਤ ਹੀ ਚੰਗੀ ਤਰ੍ਹਾਂ ਬੋਲ ਲੈਂਦੀ ਹੈ। ਉਹਦੇ ਅੰਦਰ ਇੱਕ ਤਰ੍ਹਾਂ ਦੀ ਗੁਪਤ ਤੇ ਦੱਬੀ ਹੋਈ ਸ਼ਕਤੀ ਸੀ। ਉਹ ਆਪਣੇ ਸਲੀਕੇ 'ਚ ਉੱਪਰੋਂ ਨਰਮ ਹੈ, ਕਿਸੇ ਨੂੰ ਕੁਛ ਨਹੀਂ ਕਹਿੰਦੀ, ਫਿਰ ਵੀ ਸਾਰੇ ਉਸ ਨਾਲ ਸੰਭਲ ਕੇ ਗੱਲ ਕਰਦੇ ਹੈ। ਉਸ ਤੋਂ ਦੂਰ ਦੂਰ ਹੀ ਰਹਿੰਦੇ ਹੈ। ਮਾਲਕਣ, ਉਹਦੀ ਸਹਾਇਕ, ਦੋਵੇਂ ਔਰਤਾਂ ਤੇ ਚੌਕੀਦਾਰ, ਜੋ ਚੱਕਲਿਆਂ ਦਾ ਪੂਰਾ ਸੁਲਤਾਨ ਹੀ ਹੁੰਦਾ ਹੈ, ਜਿਸ ਤੋਂ ਸਾਰੇ ਡਰਦੇ ਆ। ਸਾਰਿਆਂ ਦਾ ਤਮਾਰਾ ਪ੍ਰਤੀ ਅਜਿਹਾ ਹੀ ਸਲੂਕ ਹੈ। ਐ ਲੈ, ਮੈਂ ਕੁੱਟ ਦਿੱਤਾ ਤੇਰਾ ਬਾਦਸ਼ਾਹ। ਇਹ ਆਖਦਿਆਂ ਜ਼ੋ ਨੇ ਪੱਤਿਆਂ 'ਚੋਂ ਯੱਕਾ ਕੱਢ ਕੇ ਉਹਦੇ ਬਾਦਸ਼ਾਹ 'ਤੇ ਰੱਖ ਦਿੱਤਾ। ਮਾਨਕਾ ਨੇ ਸ਼ਰਮਿੰਦਾ ਹੋ ਕੇ ਆਖਿਆ, ਚੰਗਾ ਚੰਗਾ, ਕੁੱਟ ਲੈ ਬਾਦਸ਼ਾਹ, ਤੂੰ ਸਾਰੇ ਦਾਅ ਚੰਗੀ ਤਰ੍ਹਾਂ ਜਾਣਦੀ ਹੈ ਨਾ। ਚੰਗਾ ਤਮਾਰਾ, ਹੁਣ ਤੂੰ ਮੇਰੇ ਵੱਲੋਂ ਖੇਡ, ਮੈਂ ਚੁੱਪਚਾਪ ਦੇਖਾਂਗੀ। ਧੰਨਵਾਦ। ਚੱਲਦਾ।